शाकिर वाला प्यारिया आज का सराय कपाल जागी आसिरों में काले नसीबानु सारे सुनदार की गाल जागी ओ सारे सुनदार की गाल जागी। मित्र तेरा कोई नहीं संगियन में, पड़ा क्यों सोवे इन ठगियन में। मित्र तेरा कोई नहीं संगियन में, पड़ा क्यों सोवे इन ठगियन में। ਇਹ ਬਾਣੀ ਹਜੂਰ ਸਵਾਮੀ ਜੀ ਮਹਾਰਾਜ ਦੀ ਹੈ, ਜਿਨ੍ਹਾਂ ਸਮਾਨਾਂ ਵਿੱਚ ਅਸੀਂ ਫਸੇ ਹੋਏ ਹਾਂ। ਆਪ ਇਸ ਸ਼ਬਦ ਦੇ ਅੰਦਰ ਉਹਨਾਂ ਦਾ ਜ਼ਿਕਰ ਕਰਦੇ ਹੈ। ਉਹਨਾਂ ਸਮਾਨਾਂ ਨੂੰ, ਦੁਨੀਆ ਨੂੰ ਛੱਡ ਕੇ ਕਿਸ ਚੀਜ਼ ਨਾਲ ਅਸੀਂ ਪ੍ਰੀਤ ਕਰਨੀ ਹੈ, ਉਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਹੈ। ਕਿਉਂਕਿ ਪਰਿਵਾਰ ਦੇ ਜਿਤਨੇ ਵੀ ਸਦੱਸੇ ਹੈ, ਇਹ ਸਰਾਂ ਦੇ ਮੁਸਾਫਰਾਂ ਦੀ ਤਰ੍ਹਾਂ ਹੈ। ਦੇਣੇ ਲੈਣੇ ਦਾ ਸਭ ਦੇ ਨਾਲ ਸੰਬੰਧ ਹੈ। ਕੋਈ ਮਾਤਾ ਬਣ ਕੇ ਆ ਜਾਂਦੀ ਹੈ, ਕੋਈ ਭੈਣ ਬਣ ਕੇ ਆ ਜਾਂਦੀ ਹੈ, ਕੋਈ ਪੁੱਤ ਬਣ ਕੇ ਆ ਜਾਂਦਾ ਹੈ, ਕੋਈ ਬੀਵੀ ਬਣ ਕੇ ਆ ਜਾਂਦੀ ਹੈ, ਕੋਈ ਪਤੀ ਬਣ ਕੇ ਆ ਜਾਂਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਲੈਣਾ ਦੇਣਾ ਖਤਮ ਹੋ ਜਾਂਦਾ ਹੈ ਜਾਂ ਸੁਬਾਹ ਹੋਈ ਮੁਸਾਫਰ ਸਰਾਂ ਦੇ ਵਿੱਚ ਰਾਤ ਕੱਟ ਕੇ ਆਪੋ ਆਪਣੇ ਰਸਤਿਆਂ ਨੂੰ ਪੈ ਜਾਂਦੇ ਹੈ। ਇੱਕ ਦੂਸਰੇ ਨਾਲ ਸਲਾਹ ਨਹੀਂ ਕਰਦਾ। ਇਸੇ ਤਰ੍ਹਾਂ ਇਸ ਪਰਿਵਾਰ ਦਾ ਤਾਲੁਕ ਸਾਡੀ ਦੇਹ ਦੇ ਨਾਲ ਹੈ। ਜਦੋਂ ਸਾਡੀ ਦੇਹ ਨਾ ਰਹੇਗੀ, ਇਹ ਭੈਣ ਭਰਾ ਰਿਸ਼ਤੇਦਾਰ ਸਾਡੇ ਵਾਸਤੇ ਨਾ ਹੋਣ ਦੇ ਬਰਾਬਰ ਹੀ ਹੈ, ਜਾਂ ਅਸੀਂ ਇਹਨਾਂ ਦੇ ਵਾਸਤੇ ਨਾ ਹੋਣ ਦੇ ਬਰਾਬਰ ਹਾਂ। ਲੇਕਿਨ ਅਸੀਂ ਸਭ ਦੁਨੀਆ ਦੇ ਜੀਵ ਇਹਨਾਂ ਦੇ ਵਿੱਚ ਫਸੇ ਬੈਠੇ ਹਾਂ। ਮੇਰੀ ਕੌਮ ਹੈ, ਮੇਰਾ ਮਜ਼ਹਬ ਹੈ, ਮੇਰੇ ਲੜਕੇ ਹੈ, ਲੜਕੀਆਂ ਹੈ। ਲੇਕਿਨ ਸਵਾਮੀ ਜੀ ਮਹਾਰਾਜ ਕਹਿੰਦੇ ਆ, ਤੂੰ ਆਪਣੇ ਆਪ ਨੂੰ ਇਹਨਾਂ ਦੇ ਵਿੱਚ ਬੰਨ ਕੇ ਭੁੱਲ ਗਿਆ ਹੈ। ਇਹ ਮਿੱਠੇ ਠੱਗ ਹੈ। ਕਿਆ ਮਤਲਬ ਤੋਂ ਬਗੈਰ ਕੋਈ ਕਿਸੇ ਦੇ ਨਜ਼ਦੀਕ ਨਹੀਂ ਆਉਂਦਾਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਆ, ਜਗਤ में झूठी देखी प्रीत, अपने ही हित सो सब लागे, क्या दारा क्या मीत। मेरो मेरो सबो कहत है, हित से बांध्यो चीत। अंतकाल संगी न को, ए अचरज है रीत। मन मूर्ख अजे न समझत, सिखदा हार्यो नीत। नानक भौजल पार परे, जे गावे प्रभ के गीत। क्या असी इस ਪਰਿਵਾਰ ਦੀ ਖਾਤਰ ਬੜੇ ਬੜੇ ਕੀਮਤੀ ਅਸੂਲ ਕੁਰਬਾਨ ਕਰ ਦਿੰਦੇ ਹਾਂ। ਕੋਈ ਵੀ ਠੱਗੀ ਬੇਈਮਾਨੀ ਕਰਨ ਤੋਂ ਅਸੀਂ ਗੁਰੇਜ਼ ਨਹੀਂ ਕਰਦੇ। ਅਸੀਂ ਸੋਚਦੇ ਹਾਂ ਕਿ ਸਾਡੀ ਔਲਾਦ ਖਾਏਗੀ, ਸਾਡੇ ਬੀਵੀ ਬੱਚੇ ਖਾਣਗੇ। ਲੇਕਿਨ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਕਿਆ ਇਹ ਸਾਡੀ ਅੰਤ ਵੇਲੇ ਇਹਨਾਂ ਦੇ ਵਿੱਚੋਂ ਕੋਈ ਮਦਦ ਕਰੇਗਾ, ਕੋਈ ਸਾਡੀ ਸਹਾਇਤਾ ਕਰੇਗਾ, ਜਾਂ ਇਹ ਜੋ ਵੀ ਸਮਾਨ ਅਸੀਂ ਇਕੱਠਾ ਕਰ ਰਹੇ ਹਾਂ ਕਿ ਇਹਦੇ ਵਿੱਚੋਂ ਸਾਡੇ ਨਾਲ ਵੀ ਕੁਝ ਜਾਏਗਾ। ਮੈਂ ਆਪਣੇ ਬਚਪਨੇ ਦੀ ਇੱਕ ਕਹਾਣੀ ਦੱਸਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਖਿਆਲ ਮੇਰੇ ਦਿਲ ਵਿੱਚ ਆਇਆ ਸੀਗਾ ਕਿ ਮੌਤ ਜ਼ਰੂਰ ਆਉਂਦੀ ਹੈ, ਇਹ ਸੰਸਾਰ ਇੱਕ ਦਿਨ ਛੱਡਣਾ ਪੈਣਾ ਹੈ। ਕਿਆ ਕੋਈ ਉਸ ਮੌਤ ਦੇ ਵਕਤ ਵੀ ਮਦਦ ਕਰ ਸਕਦਾ ਹੈ, ਕੋਈ ਨਾਲ ਜਾਏਗਾ। ਜਿਤਨੇ ਸਾਡੇ ਪਰਿਵਾਰ ਦੇ ਸਦੱਸੇ ਸੀ, ਮੈਂ ਸਭ ਦੀਆਂ ਢੇਰੀਆਂ, ਬਾਲ ਸੀ, ਬੱਚਾ ਸੀ ਉਦੋਂ, ਬਣਾ ਲਈਆਂ। ਕੱਲੇ ਨੇ ਇੱਕ ਇੱਕ ਢੇਰੀ ਤੋਂ ਪੁੱਛਿਆ, ਆਪਣੇ ਅੰਦਰ ਹੀ ਸਵਾਲ ਕੀਤਾ ਕਿ ਤੂੰ ਮੇਰੀ ਮਦਦ ਕਰੇਗਾ। ਕਿਸੇ ਨੂੰ ਭੈਣ, ਕਿਸੇ ਦਾ ਢੇਰੀ ਦਾ ਨਾਂ ਧਰਿਆ, ਕਿਸੇ ਦਾ ਪਿਤਾ ਮਾਤਾ, ਸਭ ਨੂੰ ਅਲੱਗ-ਅਲੱਗ ਪੁੱਛਿਆ ਕਿ ਤੂੰ ਮੇਰੀ ਮਦਦ ਕਰੇਗਾ। ਜਦ ਉਧਰੋਂ ਇਹੀ ਜਵਾਬ ਸੀ ਕਿ ਅਸੀਂ ਤੇਰੀ ਮਦਦ ਨਹੀਂ ਕਰ ਸਕਦੇ। ਉਸ ਢੇਰੀ ਨੂੰ ਢਾਹ ਦਿੰਦਾ ਸੀ, ਦੂਜੀ ਤੇ ਸਵਾਲ ਕਰਦਾ ਸੀ, ਉਸ ਨੂੰ ਢਾਹ ਦਿੰਦਾ ਸੀ। ਸਾਰੀਆਂ ਢੇਰੀਆਂ ਢਾਹ ਕੇ ਇੱਕ ਢੇਰੀ ਰੱਖੀ ਗੈਬੀ ਤਾਕਤ ਦੀ, ਜਿਸ ਨੂੰ ਮੈਂ ਕਦੇ ਦੇਖਿਆ ਨਹੀਂ ਸੀ। ਸਿਰਫ ਇਤਨਾ ਬਚਪਨੇ ਤੋਂ ਖਿਆਲ ਸੀ ਕਿ ਇਹ ਦੁਨੀਆ ਜਿਹੜੀ ਹੈ ਇਹ ਆਪਣੇ ਆਪ ਨਹੀਂ ਬਣੀ,
ਇਸ ਨੂੰ ਕਿਸੇ ਨੇ ਜ਼ਰੂਰ ਬਣਾਇਆ ਹੈ। ਇਹ ਕਿਸੇ ਤਾਕਤ ਦੇ ਆਸਰੇ ਚੱਲ ਰਹੀ ਹੈ। ਦਿਲ 'ਚ ਖਿਆਲ ਆਇਆ ਕਿ ਉਹਨੂੰ ਦੇਖਿਆ ਨਹੀਂ ਕਿ ਮੈਂ ਦੇਖ ਸਕਦਾ ਹਾਂ। ਉਸ ਢੇਰੀ ਤੇ ਮੱਥਾ ਟੇਕਿਆ। ਮੇਰਾ ਪਿਤਾ ਇਹ ਸਭ ਕੁਝ ਦੇਖ ਰਿਹਾ ਸੀਗਾ। ਆਖਰ ਉਸਨੇ ਸਵਾਲ ਕੀਤਾ, ਕਿਉਂ ਬਈ ਤੂੰ ਇਹ ਕੀ ਕਰਦਾ ਸੈਂ? ਪਹਿਲਾਂ ਢੇਰੀਆਂ ਬਣਾਈਆਂ, ਫਿਰ ਢਾਹ ਦਿੱਤੀਆਂ। ਇਸ ਢੇਰੀ ਜਿਹੜੀ ਤੈਂ ਰੱਖੀ ਹੈ, ਇਸ ਤੇ ਮੱਥਾ ਕਿਉਂ ਟੇਕਿਆ? ਮੈਂ ਉਸਨੂੰ ਆਪਦੀ ਸਾਰੀ ਵਿਥਿਆ ਸੁਣਾਈ ਕਿ ਇਹ ਮਾਂ ਦੀ ਸੀ, ਇਹ ਭੈਣ ਦੀ ਸੀ, ਇਹ ਭਰਾ ਦੀ ਸੀ, ਇਹ ਤੇਰੀ ਹੈ। ਲੇਕਿਨ ਆ ਜਿਹੜੀ ਰੱਖੀ ਹੈ ਢੇਰੀ, ਇਹ ਉਹ ਗੈਬੀ ਤਾਕਤ ਦੀ ਹੈ ਜਿਹਨੂੰ ਮੈਂ ਕਦੇ ਦੇਖਿਆ ਨਹੀਂ। ਸਿਰਫ ਇਤਨਾ ਵਿਸ਼ਵਾਸ ਹੈ ਕਿ ਕੋਈ ਤਾਕਤ ਹੈ ਜਿਹੜੀ ਇਸ ਦੁਨੀਆ ਨੂੰ ਪੈਦਾ ਕਰਦੀ ਹੈ ਔਰ ਦੁਨੀਆ ਜਿਹਦੇ ਆਸਰੇ ਚੱਲਦੀ ਹੈ। ਉਹ ਬੜਾ ਗੰਭੀਰਤਾ ਨਾਲ ਕਹਿਣ ਲੱਗਿਆ ਕਿ ਮੈਂ ਤੇਰੇ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹਾਂ, ਤੇਰੇ ਵਾਸਤੇ ਹਰ ਤਰ੍ਹਾਂ ਦਾ ਸੁੱਖ ਮੁਹੱਈਆ ਕਰਨ ਨੂੰ ਤਿਆਰ ਹਾਂ ਔਰ ਕਰੂੰਗਾ। ਕੀ ਤੂੰ ਮੇਰੀ ਵੀ ਢੇਰੀ ਢਾਹ ਦਿੱਤੀ? ਕੀ ਤੂੰ ਮੇਰਾ ਕੋਈ ਆਸਰਾ ਸੰਸਾਰ ਵਿੱਚ ਨਹੀਂ ਸਮਝਦਾ? ਮੈਂ ਉਹਨੂੰ ਕਿਹਾ ਕਿ ਜੋ ਜੰਮਣ ਮਰਨ ਦੇ ਵਿੱਚ ਲੱਗੇ ਹੈ ਉਹ ਕੀ ਮਦਦ ਕਰਨਗੇ। ਮੈਂ ਸੰਸਾਰੀ ਕਿਸੇ ਵੀ ਮਦਦ ਦਾ ਇੱਛਾ ਨਹੀਂ ਕਰਦਾਗਾ। ਤੋ ਕਹਿਣ ਦਾ ਭਾਵ ਕਿ ਇਹ ਬਚਪਨੇ ਤੋਂ ਖਿਆਲ ਸੀ ਕਿ ਕੋਈ ਐਸੀ ਤਾਕਤ ਮਿਲੇ ਕਿ ਜਿਹੜੀ ਸਾਡੀ ਅੰਤ ਵੇਲੇ ਮਦਦ ਕਰ ਸਕੇ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹੈ, ਸੱਜਣ ਸੇਈ ਆਖੀਏ ਜੋ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹੈ, ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਫਨੇ ਜਿਉ ਸੰਸਾਰ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਸੁਫਨੇ ਸੇਤੀ ਚਿੱਤ ਮੂਰਖ ਲਾਇਆ, ਆਰਜਾ ਗਈ ਬਿਹਾਏ ਧੰਦਾ ਤਾਇਆ। ਸਵਾਮੀ ਜੀ ਮਹਾਰਾਜ ਨੇ ਦੁਨੀਆ ਦੇ ਰਿਸ਼ਤੇਦਾਰਾਂ ਨੂੰ, ਪਰਿਵਾਰ ਦੇ ਸਦੱਸਿਆਂ ਨੂੰ ਮਿੱਠੇ ਠੱਗ ਕਰਕੇ ਬਿਆਨ ਕੀਤਾ ਹੈ ਕਿ ਮਤਬਲ ਤੋਂ ਬਗੈਰ ਇਹ ਇਨਸਾਨ ਦੇ ਕੋਲੇ ਨਹੀਂ ਆਉਂਦੇਗੇ। ਮਤਬਲ ਤੋਂ ਬਗੈਰ ਕੋਈ ਕਿਸੇ ਦਾ ਦੋਸਤ ਨਹੀਂ, ਭੈਣ ਨਹੀਂ, ਭਰਾ ਨਹੀਂ। ਅਗਰ ਮਤਬਲ ਹੈ ਤਾਂ ਅਸੀਂ ਪਰਾਏ ਨੂੰ ਵੀ ਆਪਣਾ ਬਣਾ ਲੈਂਦੇ ਹਾਂ। ਮਹਾਤਮਾ ਦਾ ਇਹ ਵੀ ਮਤਬਲ ਨਹੀਂ ਕਿ ਇਹਨਾਂ ਠੱਗਾਂ ਨੂੰ ਛੱਡ ਦੇਣਾ ਹੈ। ਮਹਾਤਮਾ ਦਾ ਮਤਲਬ ਇਤਨਾ ਹੀ ਹੈ ਕਿ ਇਹਨਾਂ ਦੀ ਅਸਲੀਅਤ ਨੂੰ ਸਮਝਣਾ ਹੈ, ਸੋਚ ਸਮਝ ਕੇ ਇਹਨਾਂ ਨਾਲ ਉਤਨਾ ਹੀ ਵਰਤਾਓ ਕਰਨਾ ਹੈ, ਉਤਨਾ ਹੀ ਪਿਆਰ ਕਰਨਾ ਹੈ ਜਿੰਨਾ ਕਿ ਜਾਇਜ਼ ਹੈ। ਨਾ ਕਿ ਇਹਨਾਂ ਦੇ ਵਿੱਚ ਅਸੀਂ ਵੱਜ ਕੇ ਵਾਰ-ਵਾਰ ਜਹਾਂ ਆਸਾ ਤਹਾਂ ਵਾਸਾ, ਇੱਥੇ ਅਸੀਂ ਜੰਮਣ ਮਰਨ ਦੇ ਚੱਕਰ ਵਿੱਚ ਫਸੇ ਰਹੀਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਬਟਾਊ ਸਿਉ ਜੋ ਲਾਵੇ ਨੇ, ਤਾਂ ਕਿ ਹੱਥ ਨਾ ਆਵੇ ਕੇ। ਅਸੀਂ ਸਾਰੇ ਬਟਾਊ हैं, ਜਾਣ ਵਾਲੇ हैं। ਜੋ ਬਟਾਊ ਦੇ ਨਾਲ ਪਿਆਰ ਲਾਉਂਦਾ ਹੈ, ਮੁਹੱਬਤ ਲਾਉਂਦਾ ਹੈ, ਉਹਦੇ ਹੱਥ ਕੀ ਆਏਗਾ? ਕਿਉਂਕਿ ਉਹ ਤਾਂ ਇੱਕ ਦੋ ਦਿਨਾਂ ਦਾ ਪ੍ਰਾਹੁਣਾ ਹੀ ਆਇਆ ਹੁੰਦਾ ਹੈ। मित्र तेरा कोई नहीं संगियन में, पड़ा क्यों सोवेन ठगियन में। चेत कर प्रीत करो सत्संग में, गुरु फिर रंग दे नाम अरंग में। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਆ, ਤੁਸੀਂ ਸੁੱਤੇ ਹੋ, ਜਾਗੋ। ਜਾਗ ਕੇ ਕੀ ਕਰੋ? ਸਤਸੰਗ ਦੇ ਅੰਦਰ ਜਾਓ, ਕਿਉਂਕਿ ਸਤਸੰਗ ਦੇ ਅੰਦਰ ਹੀ ਮਹਾਤਮਾ ਸਾਡੇ ਅੰਦਰ ਨਾਮ ਜਪਣ ਦਾ ਸ਼ੌਕ, ਬਿਰੇ, ਤੜਫ ਪੈਦਾ ਕਰਦੇ ਹੈ। ਸਤਸੰਗ ਦੇ ਵਿੱਚ ਜਾਣਨਾ ਸਾਡੀ ਤਹਿਕੀਕਾਤ ਮੁਕੰਮਲ ਹੁੰਦੀ ਹੈ, ਕਿਉਂਕਿ ਸਤਸੰਗ ਦੇ ਅੰਦਰ ਮਹਾਤਮਾ ਸਾਡੇ ਮਨ ਦੀਆਂ ਕਮਜ਼ੋਰੀਆਂ ਦੱਸਦੇ ਹੈ। ਸਤਸੰਗ ਉਹ ਪਾਣੀ ਹੈ ਕਿ ਜਿਹੜਾ ਸਾਡੀ ਆਤਮਾ ਦੀ ਖੇਤੀ ਨੂੰ ਹਰੀ ਭਰੀ ਰੱਖਦਾ ਹੈ। ਕਿਉਂਕਿ ਜਦ ਅਸੀਂ ਸਤਸੰਗ ਸੁਣਦੇ ਹਾਂ, ਸਾਡੇ ਜਿਤਨੀਆਂ ਕਮਜ਼ੋਰੀਆਂ ਹੈ, ਦੋ ਪ੍ਰਕਾਰ ਦੇ ਇਨਸਾਨ ਹੀ ਦੱਸ ਸਕਦੇ ਹੈ। ਜਾਂ ਤਾਂ ਕੋਈ ਵਿਰੋਧੀ ਕਹੇਗਾ ਵੀ ਤੇਰੇ ਵਿੱਚ ਇਹ ਨੁਕਸ ਹੈ, ਉਹਨੇ ਤਾਂ ਮੂੰਹ ਤੇ ਹੀ ਕਹਿ ਦੇਣਾ ਹੈ। ਸੰਤਾਂ ਮਹਾਤਮਾ ਨੇ ਕਹਾਣੀ ਪਾ ਕੇ ਕਹਿ ਦੇਣਾ ਹੈ। ਹੁਣ ਜਦੋਂ ਅਸੀਂ ਸਤਸੰਗ ਸੁਣਦੇ ਹਾਂ, ਉਦੋਂ ਅਸੀਂ ਕੀ ਕਰਦੇ ਹਾਂ? ਜਦੋਂ ਮਹਾਤਮਾ ਕਹਿੰਦੇ ਆ ਕਿ ਤੁਹਾਨੂੰ 5 ਡਾਕੂ ਲੁੱਟ ਰਹੇ ਹੈ, ਕਾਮ ਨਾ ਰੂਹ ਗਿਰ ਜਾਂਦੀ ਹੈ, ਕ੍ਰੋਧ ਨਾ ਫੈਲ ਜਾਂਦੀ ਹੈ, ਨਾ ਕਾਮੀ ਭਗਤੀ ਕਰ ਸਕਦਾ, ਨਾ ਕ੍ਰੋਧੀ ਕਰ ਸਕਦਾ ਹੈ। ਇਸ ਵਾਸਤੇ ਅਸੀਂ ਜਦੋਂ ਸਤਸੰਗ ਸੁਣਦੇ ਹਾਂ, ਉਸ ਵਕਤ ਅਸੀਂ ਸੋਚਦੇ ਹਾਂ ਕਿ ਅਸੀਂ ਸਾਰੀ ਉਮਰ ਭੋਗ ਕੇ ਕੀ ਖਟਿਆ। ਆਖਰ ਇੱਕ ਦਿਨ ਅਸੀਂ ਤੋਬਾ ਕਰ ਜਾਂਦੇ ਹਾਂ। ਫਿਰ ਮਹਾਤਮਾ ਸਾਨੂੰ ਜਦੋਂ ਸਾਡੀ ਇਹ ਹਾਲਤ ਵੇਖ ਦਿੰਦੇ ਆ, ਸਾਨੂੰ ਨਾਮ ਦੇ ਰੰਗ ਵਿੱਚ ਰੰਗ ਦਿੰਦੇ ਆ, ਨਿਰਮਲ ਰੰਗ ਦੇ ਵਿੱਚ ਰੰਗ ਦਿੰਦੇ ਹੈ, ਜਿਹੜਾ ਰੰਗ ਕਦੇ ਉਤਰਦਾ ਨਹੀਂ। ਜਿਹੜਾ ਨਾਮ ਸੰਤ ਸਾਡੇ ਅੰਦਰ ਧਰਦੇ ਹੈ, ਉਹ ਹਮੇਸ਼ਾ ਹੀ ਸਾਡੀ ਪਰਵਿਸ਼ ਕਰਦਾ ਹੈ ਔਰ ਸਾਨੂੰ ਇੱਕ ਦਿਨ
ਸਾਫ਼ ਕਰਕੇ ਪਿਓਰ ਕਰਕੇ ਉਸ ਪਰਮਾਤਮਾ ਦੇ ਅੱਗੇ ਖੜਾ ਕਰ ਦਿੰਦੇ ਹੈ ਕਿ ਇਹ ਤੇਰਾ ਜੀਵ ਹੈ, ਇਹ ਮਾਫੀ ਮੰਗਣ ਵਾਸਤੇ ਆਇਆ ਹੈ, ਭੁੱਲ ਗਿਆ ਸੀ। चेत कर प्रीत करो सत्संग में, गुरु फिर रंग दे नाम अरंग में, तन संपत तेरे काम न आवे, छोड़ चलो यह छिन में। ਹੁਣ ਆਪ ਪਿਆਰ ਨਾਲ ਸਮਝਾਉਂਦੇ ਹੈ ਕਿ ਸਾਡੇ ਦਿਲ ਅੰਦਰ ਹਮੇਸ਼ਾ ਵਾਸਤੇ ਇਹੀ ਹੌੜ ਲੱਗੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਲੱਖ ਜੋੜੇ ਕਰੋੜ ਜੋੜੇ ਮਨ ਪਰੇ ਪਰੇ ਕੋ ਹੋੜੇ ਰੇ, ਭੁੱਖਿਆਂ ਭੁੱਖ ਨਾ ਉਤਰੇ ਬੰਨਾ ਪੁਰੀਆਂ ਭਾਰ। ਹਿੰਦੁਸਤਾਨ ਦੇ ਅੰਦਰ ਕਾਰੂ ਬਾਦਸ਼ਾਹ ਹੋਇਆ ਹੈ ਜਿਸ ਨੂੰ ਬੜੀ ਹੋੜ ਸੀ ਮਾਇਆ ਦੀ ਕਿ ਕਿਸੇ ਦੇ ਪਾਸ ਵੀ ਕੋਈ ਪੈਸਾ ਨਾ ਰਹਿ ਜਾਵੇ। ਉਹਨੇ ਹਰ ਕਿਸਮ ਦੀ ਕੋਸ਼ਿਸ਼ ਕਰਕੇ ਧਨ ਦੌਲਤ ਆਪਣੇ ਕੋਲ ਇਕੱਠਾ ਕਰ ਲਿਆ। ਦਿਲ 'ਚ ਫਿਰ ਵੀ ਖਿਆਲ ਆਇਆ ਕਿ ਸ਼ਾਇਦ ਕਿਸੇ ਕੋਲੇ ਪੈਸਾ ਰਹਿ ਨਾ ਜਾਵੇ। ਫਿਰ ਉਸਨੇ ਕੀ ਕੀਤਾ, ਹਾਥੀ ਵਿਕਣਾ ਭੇਜਿਆ ਬਾਜ਼ਾਰ ਦੇ ਅੰਦਰ ਔਰ ਉਸ ਦਾ 1 ਟਕਾ ਮੁੱਲ ਰੱਖਿਆ ਕਮ ਸੇ ਕਮ ਵੀ ਅਗਰ ਕਿਸੇ ਕੋਲੇ ਹੋਇਆ ਤਾਂ ਲੈ ਲੇਗਾ। ਇੱਕ ਬੱਚਾ ਰੋਣ ਲੱਗ ਪਿਆ, ਆਪਣੀ ਮਾਤਾ ਨੂੰ ਕਹਿਣ ਲੱਗਿਆ ਕਿ ਹਾਥੀ ਮੁੱਲ ਲੈਣਾ ਹੈ, ਇਸੇ ਤਾਂ ਕੁਝ ਵੀ ਨਹੀਂ ਲੱਗਦਾ। ਉਹ ਕਹਿਣ ਲੱਗੀ ਦੇਖ ਬੇਟਾ, ਕਾਰੂ ਬਾਦਸ਼ਾਹ ਨੇ ਪੈਸਾ ਤਾਂ ਛੱਡਿਆ ਕਿਸੇ ਕੋਲੇ ਨਹੀਂ। ਉਹ ਕਹਿਣ ਲੱਗੇ ਕਿ ਆਪਣੇ ਇਹ ਰਿਵਾਜ ਹੈ ਕਿ ਜਦ ਕਬਰ ਦੇ ਵਿੱਚ ਦਬਦੇ ਹਾਂ ਮੁਰਦੇ ਨੂੰ ਉਦੋਂ 1 ਰੁਪਇਆ ਮੂੰਹ ਦੇ ਵਿੱਚ ਪਾ ਕੇ ਦਬਦੇ ਹਾਂ। ਉਹ ਕਹਿਣ ਲੱਗੀ ਤੇਰਾ ਪਿਤਾ ਫੌਤ ਹੋ ਗਿਆ ਸੀਗਾ, ਉਸ ਨੂੰ ਜਦੋਂ ਦਫਨਾਇਆ ਸੀਗਾ ਉਹਦੇ ਮੂੰਹ 'ਚ ਰੁਪਇਆ ਦਿੱਤਾ ਸੀਗਾ, ਚੱਲ ਮੈਂ ਤੇਰੇ ਨਾਲ ਚੱਲਦੀ ਹਾਂ, ਕਬਰ ਨੂੰ ਫਰੋੜ ਲੈਂਦੇ ਹਾਂ, ਉਹਦੇ ਮੂੰਹ 'ਚੋਂ ਰੁਪਇਆ ਕੱਢ ਕੇ ਤੂੰ ਲੈ ਲਈ ਬਈ ਹਾਥੀ। ਉਸਨੇ ਉਵੇਂ ਕੀਤਾ, ਹਾਥੀ ਮੁੱਲ ਲੈ ਲਿਆ। ਜਦ ਉਹ ਵਾਪਸ ਗਏ ਕਾਰੂ ਬਾਦਸ਼ਾਹ ਨੇ ਪੁੱਛਿਆ ਬਈ ਤੁਸੀਂ ਉਹਦੀ ਤਹਿਕੀਕਾਤ ਕਰੋ ਕਿ ਪੈਸਾ ਕਿੱਥੋਂ ਲਿਆ, ਕਿਵੇਂ ਪੈਦਾ ਕੀਤਾ। ਜਦ ਉਸ ਮਾਤਾ ਨੂੰ ਆ ਕੇ ਪੁੱਛਣ ਲੱਗੇ ਕਿ ਇਹ ਪੈਸੇ ਕਿੱਥੋਂ ਲਏ, ਉਸਨੇ ਦੱਸਿਆ ਕਿ ਜਦ ਸਾਡਾ ਕੋਈ ਮਰ ਜਾਂਦਾ ਹੈ ਉਸ ਟਾਈਮ ਅਸੀਂ ਮੂੰਹ ਦੇ ਵਿੱਚ ਰੁਪਇਆ ਪਾ ਕੇ ਦਬਦੇ ਹਾਂ। ਕਾਰੂ ਬਾਦਸ਼ਾਹ ਨੇ ਸਬਰ ਨਹੀਂ ਕੀਤਾ, ਆਪਣੇ ਧਨ ਦੌਲਤ ਤੇ ਸਾਰੇ ਰਾਜ ਦੇ ਉੱਤੇ ਮੁਰਦਿਆਂ ਦੀਆਂ ਕਬਰਾਂ ਖੁਦਾਈਆਂ। ਕਹਿਣ ਲੱਗੇ ਵੀ 40 ਗੰਜ ਉਸਨੇ ਇਕੱਠੇ ਕੀਤੇ। तो महात्मा लिखते है कीता सबर ना वांग बेसबरा कर कर जुल्म पटाइयां कबरां 40 गंज जिन्हां ने जोड़े खाली हथ सुधाए सू। गुरु नानक देव जी महाराज हाँ गुरु नानक देव जी महाराज नूं जदों ये पता लग्या कारू दा तो गुरु नानक देव जी महाराज उहदे पास गए, ਉਹਦੇ ਬਾਗ 'ਚ ਉਤਰੇ। ਜਦ ਉਸ ਨੂੰ ਇਹ ਪਤਾ ਲੱਗਿਆ ਕਿ ਕੋਈ ਮਹਾਤਮਾ ਮੇਰੇ ਬਾਗ ਵਿੱਚ ਆਇਆ ਹੈ, ਉਹ ਦਰਸ਼ਨਾਂ ਨੂੰ ਆਇਆ ਔਰ ਉਸ ਦੀ ਰਾਣੀ ਆਈ। ਉਦੋਂ ਗੁਰੂ ਨਾਨਕ ਸਾਹਿਬ ਨੂੰ ਉਹ ਪੁੱਛਣ ਲੱਗਿਆ ਮਹਾਤਮਾ ਜੀ ਕੋਈ ਸੇਵਾ। ਗੁਰੂ ਨਾਨਕ ਨੇ ਇੱਕ ਸੂਈ ਉਸ ਨੂੰ ਦਿੱਤੀ ਕਿ ਬਈ ਇਹ ਹੀ ਸੇਵਾ ਹੈ, ਸਾਡੀ ਸੂਈ ਜਰਾ ਸੰਭਾਲ ਕੇ ਰੱਖਣੀ, ਅਸੀਂ ਅਗਲੇ ਜਨਮ ਤੇ ਇੱਥੋਂ ਲੈ ਲਵਾਂਗੇ। ਉਹ ਰਾਣੀ ਨੂੰ ਕਹਿਣ ਲੱਗਿਆ ਕਿ ਆਹ ਸੂਈ ਤੂੰ ਸਾਂਭ ਕੇ ਰੱਖੀ ਮਹਾਤਮਾ ਦੀ। ਹੁਣ ਰਾਣੀ ਬੜੀ ਆਲਾ ਪਾਤਰ ਸੀ, ਸਮਝਦਾਰ ਸੀ। ਉਹ ਕਹਿਣ ਲੱਗੀ ਬਾਦਸ਼ਾਹ ਸਲਾਮਤ, ਨਾਲ ਤਾਂ ਸ਼ਰੀਰ ਨੇ ਵੀ ਨਹੀਂ ਜਾਣਾ, ਇਹ ਮਹਾਤਮਾ ਦੀ ਸੂਈ ਆਪਾਂ ਕਿਸ ਤਰ੍ਹਾਂ ਲੈ ਜਾਵਾਂਗੇ, ਇਹਦੇ ਦੇਣਦਾਰ ਤਾਂ ਨਾ ਬਣੀਏ। ਹੁਣ ਉਸ ਦੀਆਂ ਅੱਖਾਂ ਖੁੱਲ ਗਈਆਂ ਕਿ ਮੈਂ ਇਤਨਾ ਧਨ ਦੌਲਤ ਇਕੱਠਾ ਕਿਉਂ ਕੀਤਾ ਹੈ, ਜਦ ਮੇਰੇ ਨਾਲ ਹੀ ਨਹੀਂ ਜਾਏਗਾ, ਇਹਦਾ ਬਦਲਾ ਜਦ ਮੈਨੂੰ ਹੀ ਚੁਕਾਉਣਾ ਪੈਣਾ, ਮੈਂ ਕੀ ਕਰਦਾ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗਿਆ ਕਿਉਂ ਬਈ, ਮੈਂ ਕਿਸ ਤਰ੍ਹਾਂ ਕਰਾਂ। ਉਹ ਕਹਿਣ ਲੱਗੇ ਤੂੰ ਗਰੀਬਾਂ ਆਜਾਂ ਦੇ ਵਿੱਚ ਇਸ ਧਨ ਦੌਲਤ ਨੂੰ ਵੰਡ ਦੇ, ਸੋ ਇਸ ਵਾਸਤੇ ਲੋੜਵੰਦਾਂ ਨੂੰ ਦੇ ਦੇ। ਤੋ ਕਹਿਣ ਦਾ ਭਾਵ ਕਿ ਗੁਰੂ ਨਾਨਕ ਸਾਹਿਬ ਨੇ ਉਸ ਕਾਰੂ ਬਾਦਸ਼ਾਹ ਨੂੰ ਇੱਕ ਥੋੜੇ ਜਿਹੇ ਤਰੀਕੇ ਦੇ ਨਾਲ ਸਮਝਾ ਦਿੱਤਾ, ਕਿਉਂਕਿ ਮਹਾਤਮਾ ਕੋਲੇ ਬੜੇ ਤਰੀਕੇ ਹੁੰਦੇ ਆ ਜੀਵਾਂ ਨੂੰ ਸਮਝਾਉਣ ਵਾਸਤੇ। ਸਾਵਣ ਦਾ ਵਾਕ ਹੈ, ਉਹ ਕਹਿੰਦਾ ਹੁੰਦੇ ਸੀਗੇ ਕਿ ਸੰਤਾਂ ਕੋਲੇ ਬੜੀਆਂ ਸੋਟੀਆਂ ਹੈ ਜੀਵਾਂ ਨੂੰ ਹੱਕਣ ਵਾਸਤੇ, ਜਿਵੇਂ ਕਿਸੇ ਦਾ ਸੁਧਾਰ ਹੁੰਦਾ ਹੈ ਉਵੇਂ ਸੰਤ ਮਹਾਤਮਾ ਉਸ ਨੂੰ ਉਪਦੇਸ਼ ਕਰ ਦਿੰਦੇ ਹੈ। धन संपत तेरे काम न आवे, छोड़ चलो यह छिन में, आगे रैन अंधेरी पारी,
काज करो कुछ दिन में। अगले सफर दा सब संतां महात्मा ने बयान किया है कि बड़ी अंधेरा रस्ता है और बड़ी एक नदी है जिहदे विच अग दीयां लाटां उठ रहीआं है। पापी आत्मा नूं उस विच सिटिया जांदा है, गोते दिते जांदे है। तो आप कहण लगे सानू अगला सफर भी हमेशा ध्यान विच रखना चाहिए है। अगर असी इत्थे कोई सफर करना है, किन्नियां किन्नियां सहूलतां पहलां ही सोच लैने हैं, किस तरह पैसे टके दा असी पहलां ही इंतजाम कर लैने हैं। हालांकि सानू इस दुनिया की कुछ वाकफियत हुंदी है, लेकिन जिहड़ा अगला सफर है इस मौत तो बाद जिहड़ा जरूरी है, जिसनूं असी टाल नहीं सकदे गे। कदे असी उस सफर वास्ते खर्चा सोचिया है या कदे देखिया है कि उत्थे किहो जिहा रस्ता है, टेढ़ा है, विंगा है, या सानू कोई उस रस्ते विच लंघा सकदा है या साडी कोई मदद भी कर सकदा है। इस अंधेरे का जिक्र गुरु अर्जन देव ने भी कराया है। जै पैंडे महा अंध गवारा, हर का नाम संग उजियारा। आप कहने लगे है कि बड़ा अंधेरा रास्ता है, अगर तू नाम जपेगा, तेरे पास नाम होएगा, वो लाइट करेगा, चानन करेगा। चानन दे विच तू अपना रास्ता देख सकेगा। सारी जिंदगी प्लैनिंगां बनाउंदे ना कढ दिओ कि असी कल नूं अभ्यास करांगे या आ काम कर लईए, 6 महीनों नूं अभ्यास करांगे। कबीर साहब कहते हैं कि कल करनता अब करता सोए ताल, पाछे कछ न हो जे सर पर आयो काल। काम वही है जिहड़ा कर लिया, नाम वही है जिहड़ा जप लिया। आगे रैन अंधेरी पारी, काज करो कुछ दिन में। यह देही फिर आत न आवे, फिरो 84 बन में। इंसान दा जामा सब जूनिया तो उत्तम है। परमात्मा तो बाद इंसान दा नंबर है। देवी देवतियां नूं भी परमात्मा ने कहा कि इंसान नूं तुसीं नमस्कार करो, क्योंकि इंसान दे अंदर एक खूबी है कि जो कम पशु पंछी नहीं कर सकते इंसान कर सकता है। वो परमात्मा की भगती है, परमात्मा दे नाल मिलाप है। कबीर साहब दा वाक है, इस देही को सिमरे देव, सा देही भज हर की सेव। भजो गोबिंद भूल मत जाहो, मानस जन्म का यही लाहो। यह देही फिर हाथ न आवे, फिर 84 बन में। गुरु सेवा कर गुरु रिझाओ, आओ तुम इस टंग में। हुण स्वामी जी महाराज कहते हैं कि की करो तुसी। सब तो पहला गुरु दी सेवा। गुरु दी सेवा, जो गुरु रस्ता दसदा है ओदी कमाई करनी। संत सतगुरु हमेशा ही कहते हैं कि साडी देह नाल साडे बचनां दी कदर करो। ये गुरु दी सेवा है। अपने आप नूं पवित्र रखना, निजमित रूप दे भजन सिमरन करना, हर रोज ना गाना पाउणा, अपने सतगुरां ते भरोसा रखना, और जो कुछ भी असी सुनते हैं उन्हां हुक्मां दी पालना करनी। इहदा ना गुरु सेवा है, इहदा ना गुरु भगती है। महाराज सावण सिंह कहते हुंदे सी कि जद सत्संगी कोई बरियाई करदा है, भोग भोगदा है, काल उस वेले संतां नूं दसदा है कि देख तू ऐस आदमी नूं नाम दिता है, ये तां तेरे नाम दी कदर नहीं करदागा, कि देख ये किड्डा बुराई दे विच लग्या होया है। लेकिन संत फिर भी बड़ी माफ़ी लेके आए हुंदे है। वो कहंदे है अज नहीं तां कल सुधर जाएगा, आखिर ये सुधरी जाएगा। लेकिन सानू भी चाहिदा है कि संतां दे कहण दे मुताबिक जीवन ढालीए, अपनी आत्मा नूं प्योर और पवित्र बनाइए। क्योंकि अगर साडा आचरण ठीक है तो असी
ਉਨੇ ਅਭਿਆਸ ਦੇ ਵਿੱਚ ਜ਼ਿਆਦਾ ਤਰੱਕੀ ਕਰਾਂਗੇ, ਉਤਨਾ ਹੀ ਅਸੀਂ ਆਪਣੇ ਸਤਿਗੁਰਾਂ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹੋਵਾਂਗੇ। ਸਤਸੰਗੀ ਨੂੰ ਦਿਲ ਚੋਂ ਖਿਆਲ ਹੀ ਕੱਢ ਦੇਣਾ ਚਾਹੀਦਾ ਹੈ ਕਿ ਜੋ ਕੁਝ ਮੈਂ ਕਰ ਰਿਹਾ ਮੈਨੂੰ ਦੇਖ ਨਹੀਂ ਰਿਹਾ। ਨਹੀਂ, ਤੁਹਾਨੂੰ ਕੋਈ ਦੇਖ ਰਿਹਾ ਹੈ। ਇਹ ਤਾਂ ਸਾਨੂੰ ਪਤਾ ਹੀ ਹੈ ਕਿ ਸਤਿਗੁਰੂ ਨਾਮਦਾਨ ਦੇ ਵਕਤ ਸੇਵਕ ਦੇ ਅੰਦਰ ਬੈਠ ਜਾਂਦੇ ਹੈ, ਲੇਕਿਨ ਉਹ ਬੜੇ ਗਹਿਰ ਗੰਭੀਰ ਹੁੰਦੇ ਹੈ। ਉਹ ਸਭ ਕੁਝ ਸਾਡੀ ਹਰਕਤ ਨੂੰ ਦੇਖ ਰਹੇ ਹੁੰਦੇ ਹੈ, ਬਿਨ ਬੋਲਿਆਂ ਸਭ ਕੁਝ ਜਾਣਦਾ। ਗੁਰੂ ਨਾਨਕ ਸਾਹਿਬ ਕਹਿੰਦੇ ਆ ਸਤਿਗੁਰੂ ਬਗੈਰ ਬੋਲਿਆਂ ਸਭ ਕੁਝ ਜਾਣਦਾ ਹੁੰਦਾ ਹੈ। ਉਹ ਇੱਕ ਸਾਡੇ ਜਨਮ ਨੂੰ ਨਹੀਂ ਜਾਣਦਾ, ਸਾਡੇ ਅਨੇਕਾਂ ਹੀ ਜਨਮਾਂ ਦਾ ਵਾਕਫ ਹੁੰਦਾ ਹੈ, ਲੇਕਿਨ ਸੰਤ ਮਹਾਤਮਾ ਅੰਤਰਜਾਮਤਾ ਆਪਣੀ ਜ਼ਾਹਰ ਨਹੀਂ ਕਰਦੇ ਆ ਕੇ। गुरु सेवा कर गुरु रिझाओ, आओ तुम इस ढंग में, गुरु बिन तेरा और न कोई, धार बचन यह मन में। ਗੁਰੂ ਨਾਨਕ ਨੇ ਵੀ ਕਿਹਾ ਕਿ हे ਸਤਿਗੁਰੂ ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰਾ ਮਾਤਾ ਹੈ, ਤੂੰ ਹੀ ਮੇਰਾ ਬੰਧਪ ਹੈ, ਤੂੰ ਹੀ ਮੇਰਾ ਭਰਾਤਾ ਹੈ, ਜੋ ਕੁਛ ਹੈ ਤੂੰ ਹੀ ਤੂੰ ਹੈ। ਸਵਾਮੀ ਜੀ ਮਹਾਰਾਜ ਵੀ ਕਹਿੰਦੇ ਹੈ ਕਿ ਤੁਹਾਡਾ ਬਗੈਰ ਸਤਿਗੁਰੂ ਤੋਂ ਕੋਈ ਮਦਦਗਾਰ ਨਹੀਂ। ਅਗਰ ਤੁਹਾਡੇ ਵਾਸਤੇ ਪਿਆਰ ਰੱਖਦਾ ਹੈ, ਫਤਕਾਰ ਰੱਖਦਾ ਹੈ, ਹਮਦਰਦੀ ਰੱਖਦਾ ਹੈ ਤਾਂ ਉਹ ਗੁਰੂ ਹੀ ਹੈ। ਸਾਡਾ ਜਾਤੀ ਤਜਰਬਾ ਹੈ, ਪਰਾਈ ਅੱਗ ਵਿੱਚ ਕੌਣ ਸੜਦਾ ਬਈ? ਗੁਰੂ। ਗੁਰੂ ਬਗੈਰ ਕੋਈ ਪਰਾਈ ਅੱਗ ਵਿੱਚ ਨਹੀਂ ਸੜ ਸਕਦਾਗਾ। ਬੜੇ ਬੜੇ ਜੀਵਾਂ ਦੇ ਕਰਮ ਹੈ ਜਿਹੜੇ ਅੱਗ ਤੋਂ ਸੜਨ ਤੋਂ ਵੀ ਭੈੜੇ ਔਰ ਖੋਟੇ ਕਰਮ ਹੁੰਦੇ ਆ, ਜੋ ਸੰਤ ਪਿਆਰ ਨਾਲ ਹੀ ਆਪਣੇ ਪ੍ਰੇਮੀਆਂ ਦੇ ਚੁੱਕ ਲੈਂਦੇ ਆ। ਆਪਣੀ ਦੇਹ ਦੇ ਉੱਤੇ ਉਹ ਬਹੁਤ ਸਾਰਾ ਬਿਮਾਰੀਆਂ ਦਾ ਹਿਸਾਬ ਕਿਤਾਬ ਚੁੱਪ ਕਰਕੇ ਦੇ ਜਾਂਦੇ ਹੈ। ਕਬੀਰ ਸਾਹਿਬ ਕਹਿੰਦੇ ਆ ਪੀਰ ਸੋਈ ਜੋ ਜਾਣੇ ਪਰ ਪੀਰ, ਜੋ ਪਰ ਪੀਰ ਨਾ ਜਾਣੀ ਸੋ ਕਾਫਰ ਬੇ ਪੀਰ। ਸੰਤਾਂ ਦਾ ਦਿਲ ਮੋਮ ਵਰਗਾ ਹੁੰਦਾ ਹੈ। ਜਦ ਕਿਸੇ ਸੇਵਕ ਦਾ ਦੁੱਖ ਵਹਿੰਦੇ ਆ, ਸੇਵਕ ਕੀ ਦੁਨੀਆ ਦਾ ਕੋਈ ਵੀ ਦੁੱਖ ਦੇਖਦੇ ਹੈ, ਉਹਨਾਂ ਦਾ ਦਿਲ ਪਿਘਲ ਜਾਂਦਾ ਹੈ ਔਰ ਉਹ ਉੱਥੇ ਮਦਦ ਵਾਸਤੇ ਪਹੁੰਚਦੇ ਹੈ। गुरु बिन तेरा और न कोई, धार बचन यह मन में, जगत जाल में फसो न भाई, निस दिन रहो भजन में। ਹੁਣ ਆਪ ਕਹਿੰਦੇ ਹੈ ਇਹ ਕਾਲ ਨੇ ਜੀਵ ਆਤਮਾ ਨੂੰ ਫਸਾਉਣ ਵਾਸਤੇ ਇਹ ਸਭ ਜਾਲ ਬਣਾਏ ਹੈ। ਕਹਿੰਦਾ ਇਹ ਤੇਰੀ ਮਾਤਾ ਹੈ, ਇਹ ਤੇਰੀ ਭੈਣ ਹੈ, ਇਹ ਤੇਰਾ ਭਰਾ ਹੈ, ਇਹ ਸਮਾਜ ਹੈ, ਇਹ ਸਭ ਕੁਝ ਕਾਲ ਨੇ ਜਾਲ ਬਣਾਏ ਹੈ। ਲੇਕਿਨ ਸਵਾਮੀ ਜੀ ਮਹਾਰਾਜ ਕਹਿੰਦੇ ਆ ਤੁਸੀਂ ਸੂਰਮੇ ਬਣੋ, ਬਹਾਦਰ ਬਣੋ, ਇਸ ਜਾਲ ਦੇ ਵਿੱਚ ਫਸੋ ਨਹੀਂ। ਆਪਣੀ ਸੁਰਤ ਨੂੰ ਇਤਨੀ ਉੱਚੀ ਉਠਾ ਲਓ ਕਿ ਤੁਹਾਡੇ ਉੱਤੇ ਨਾ ਸਮਾਜ ਦਾ ਨਾ ਦੁਨੀਆ ਦਾ ਕੋਈ ਅਸਰ ਹੀ ਨਾ ਹੋਵੇ। ਸ਼ਬਦ ਦੇ ਨਾਲ ਜੁੜ ਜਾਓ। ਬੱਚਿਆਂ ਨੂੰ ਖਿਡੌਣੇ ਉਹਨਾਂ ਚਿਕਰ ਹੀ ਅੱਛੇ ਲੱਗਦੇ ਆ ਜਿੰਨਾ ਚਿਕਰ ਉਹ ਬੜੇ ਨਹੀਂ ਹੁੰਦੇ, ਸ਼ਾਦੀ ਨਹੀਂ ਹੁੰਦੀਗੀ। ਜਦ ਸ਼ਾਦੀ ਹੁੰਦੀ ਆ ਕੌਣ ਖਿਡੌਣਿਆਂ ਨੂੰ ਸਾਂਭ ਕੇ ਰੱਖਦਾ ਹੈ। ਇਸੇ ਤਰ੍ਹਾਂ ਦੁਨੀਆ ਜਾਂ ਦੁਨੀਆ ਦਾ ਸਮਾਨ ਸਾਨੂੰ ਉਤਨਾ ਚਿਰ ਹੀ ਅੱਛਾ ਲੱਗਦਾ ਹੈ ਜਿੰਨਾ ਚਿਕਰ ਅਸੀਂ ਉਸ ਪ੍ਰਮਾਤਮਾ ਦੇ ਨਾਲ ਵਿਛੜੇ ਹਾਂ। ਜਦ ਅਸੀਂ ਉਸ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਹਾਂ, ਮਨ ਇੰਦਰੀਆਂ ਦੇ ਘਾਟ ਤੋਂ ਉੱਪਰ ਉੱਠ ਖੜਦੇ ਹਾਂ, ਕੌਣ ਵਿਸ਼ੇ ਵਿਕਾਰਾਂ ਦੇ ਤਰਫ ਤਾਂ ਕੋਈ ਸੋਚਦਾ ਤੱਕ ਵੀ ਨਹੀਂਗਾ। जगत जाल में फसो न भाई, निस दिन रहो भजन में, साध गुरु का कहना मानो, रहो उदास जगत में। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਕੀ ਕਰੋ? ਆਪਣੇ ਸਤਿਗੁਰਾਂ ਦਾ ਕਹਿਣਾ ਮੰਨੋ। ਦੁਨੀਆ ਦੇ ਵਿੱਚੋਂ ਦਿਲ ਨੂੰ ਉਠਾ ਕੇ ਰੱਖੋ, ਕਿਉਂਕਿ ਕੋਈ ਮੁਸਾਫਰ ਜਾ ਰਿਹਾ ਹੈ ਉਸ ਨੂੰ ਆਪਣੀ ਮੰਜ਼ਿਲ ਦੀ ਤਰਫ ਦੇਖਣਾ ਚਾਹੀਦਾ ਹੈ, ਨਾ ਕਿ ਉਹ ਰਸਤੇ ਦੇ ਵਿੱਚ ਹੀ ਕੋਈ ਦਰਖਤ ਆਉਂਦਾ ਹੈ ਤਾਂ ਉੱਥੇ ਹੀ ਉਹ ਮਕਾਨ ਬਣਾਉਣੇ ਸ਼ੁਰੂ ਕਰ ਦੇ ਜਾਂ ਉਹ ਸੋਚਣਾ ਸ਼ੁਰੂ ਕਰੇ ਕਿ ਮੈਂ ਇੱਥੇ ਕਿੰਨਾ ਚਿਰ ਮੈਂ ਇੱਥੇ ਹੀ ਬੈਠ ਰਵਾਂ। ਹਮੇਸ਼ਾ ਉਸ ਨੂੰ ਆਪਦੀ ਮੰਜ਼ਿਲ ਕਨੀ ਦੇਖਣਾ ਚਾਹੀਦਾ ਹੈ। ਇਸੇ ਤਰ੍ਹਾਂ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਜੋ ਸਾਡੇ ਹਿਤਕਾਰੀ ਹੈ, ਸਾਡੇ ਹਮਦਰਦੀ ਹੈ, ਸਾਨੂੰ ਆਪਣੇ ਸਤਿਗੁਰਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ, ਭਜਨ ਅਭਿਆਸ ਕਰਨਾ ਚਾਹੀਦਾ ਹੈ। ਜਗਤ ਤੋਂ ਹਮੇਸ਼ਾ ਹੀ ਉਦਾਸ ਅਸੀਂ ਉਸੇ ਵਕਤ ਹੀ ਹੁੰਨੇ ਆ
ਜਦ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡਾ ਇਹ ਸੰਸਾਰ ਵਿੱਚ ਗੁਰੂ ਤੋਂ ਬਗੈਰ ਕੋਈ ਨਹੀਂਗਾ, ਆਖਰ ਅਸੀਂ ਇੱਕ ਦਿਨ ਸੰਸਾਰ ਨੂੰ ਛੱਡਣਾ ਹੈ। साध गुरु का कहना मानो, रहो उदास जगत में, छलवल छोड़ो और चतुराई, क्यों तुम पड़ो कुगत में। ਹੁਣ ਆਪ ਕਹਿੰਦੇ ਐ ਤੁਸੀਂ ਛਲ ਨਾ ਕਰੋ, ਖੋਟੀ ਸੰਗਤ ਦੇ ਵਿੱਚ ਨਾ ਪਓ, ਕਿਉਂਕਿ ਛਲ ਵਾਲ ਕਿਹੜੇ ਹੈ ਕਿ ਕੱਲ ਭਜਨ ਕਰੂੰ, ਪਰਸੋਂ ਕਰੂੰ, ਜਾਂ ਡੈਰੀ ਭਰਨ ਵੇਲੇ ਅਸੀਂ ਸੋਚਦੇ ਹਾਂ ਗੁਰੂ ਨੂੰ ਕੀ ਪਤਾ ਹੈ, ਚਲੋ ਅੱਛੀਆਂ ਅੱਛੀਆਂ ਗੱਲਾਂ ਡੈਰੀ ਦੇ ਵਿੱਚ ਲਿਖ ਦਿਓ, ਭੇਜ ਦਿਓ ਜੀ ਮੈਂ ਮਹੀਨੇ ਵਿੱਚ ਬੜਾ ਭਜਨ ਕੀਤਾ ਹੈ, ਮੈਂ ਕੋਈ ਪਾਪ ਹੀ ਨਹੀਂ ਕੀਤਾ। ਉਹ ਤੁਹਾਡੇ ਅੰਦਰ ਬੈਠਾ ਹੈ, ਤੁਸੀਂ ਕਿਹਦੇ ਨਾਲ ਛਲ ਕਰਦੇ ਹੋ, ਕਿਹਦੇ ਨਾਲ ਧੋਖਾ ਕਰ ਰਹੇ ਹੋ। छलवल छोड़ो और चतुराई, क्यों तुम पड़ो कुगत में। सिमरन करो गुरु को सेवो, चल रहो आज गगन में। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਸੰਤ ਮਹਾਤਮਾ ਸਾਨੂੰ ਅਭਿਆਸ 'ਚ ਨਹੀਂ ਫਸਾਉਣਾ ਚਾਹੁੰਦੇ। ਇਹ ਨਹੀਂ ਉਹਨਾਂ ਦਾ ਮਕਸਦ ਕਿ ਕੋਲੂ ਦੇ ਬੈਲ ਦੀ ਤਰ੍ਹਾਂ ਤੁਸੀਂ ਰੋਜ਼ ਹੀ ਚੱਕਰ ਕੱਢਦੇ ਰਹੋ ਦਾਲੇ ਦਾਲੇ, ਤਰੱਕੀ ਨਾ ਕਰੋ। ਸੰਤਾਂ ਦੀ ਦੱਸੀ ਹੋਈ ਜੁਗਤੀ ਮੁਤਾਬਕ ਤੁਸੀਂ ਸਿਮਰਨ ਕਰਕੇ ਦੇਖੋ, ਖਿਆਲ ਨੂੰ ਪਵਿੱਤਰ ਕਰੋ, ਕਿਉਂਕਿ ਸੰਤ ਮਤ ਸਾਨੂੰ ਸ਼ਬਦ ਦੀ ਕੁੰਜੀ ਦਿੰਦਾ ਹੈ, ਮਿਹਨਤ ਮੰਗਦਾ ਹੈ, ਮਿਹਨਤ ਕਰਨਾ ਸਾਡਾ ਫਰਜ਼ ਹੈ। ਔਰ ਸਿਮਰਨ ਦੇ ਵਕਤ ਮਨ ਨੂੰ ਬਾਹਰ ਨਾ ਭਟਕਣ ਦਿਓ, ਤੀਸਰੇ ਤਿਲ ਅੰਦਰ ਇਕਾਗਰ ਹੋ। ਮਹਾਤਮਾ ਇਹੀ ਚਾਹੁੰਦੇ ਆ ਕਿ ਤੁਸੀਂ ਖੁਦ ਅੱਖਾਂ ਨਾਲ ਅੰਦਰ ਜਾ ਕੇ ਦੇਖੋ ਕਿ ਪਰਮਾਤਮਾ ਨੇ ਸਾਡੇ ਅੰਦਰ ਕੀ ਕੁਝ ਰੱਖਿਆ ਹੈ, ਕਿਸ ਤਰ੍ਹਾਂ ਉਹ ਸਾਡਾ ਅਰੇਂਜਮੈਂਟ ਕਰ ਰਿਹਾ ਹੈ। ਕੋਈ ਸ਼ਬਦ ਦੇ ਜ਼ਰੀਏ ਹੀ ਅਸੀਂ ਅੰਦਰ ਜਾ ਸਕਦੇ ਹਾਂ, ਲੇਕਿਨ ਸਾਡੀ ਕੀ ਹਾਲਤ ਹੈ, ਕਾਮ ਨਹੀਂ ਛੱਡਦੇ, ਕ੍ਰੋਧ ਨਹੀਂ ਛੱਡਦੇ, ਹਰ ਚੀਜ਼ ਦੇ ਵਿੱਚ ਅਸੀਂ ਆਪਣੀ ਆਤਮਾ ਨੂੰ ਮੈਲੀ ਕਰ ਰਹੇ ਹਾਂ। ਫਿਰ ਅਸੀਂ ਇਹ ਕਹਿੰਦੇ ਆ ਜੀ ਸਾਡੀ ਤਰੱਕੀ ਨਹੀਂ ਹੋਈ, ਤਰੱਕੀ ਨਹੀਂ ਹੋਈ। ਜਰਾ ਸੋਚ ਕੇ ਦੇਖੋ ਕਿ ਅਗਰ ਤੁਸੀਂ ਆਪਣੇ ਆਚਰਨ ਨੂੰ ਠੀਕ ਰੱਖੋ, ਖਿਆਲਾਂ ਨੂੰ ਪਵਿੱਤਰ ਰੱਖੋ, ਰੋਜ਼-ਰੋਜ਼ ਆਪਣਾ ਭਜਨ ਅਭਿਆਸ ਕਰੋ, ਤੁਹਾਡੀ ਕੋਈ ਸ਼ਿਕਾਇਤ ਹੀ ਨਾ ਹੋਵੇ, ਕਿਉਂਕਿ ਅੰਦਰਲਾ ਮਾਰਗ ਤਾਂ ਕਿਤਾਬ ਦੀ ਤਰ੍ਹਾਂ ਖੁੱਲ ਜਾਂਦਾ ਹੈ। ਦੋਨੇ ਹੱਥੀਂ ਗੁਰੂ ਦੇਣ ਵਾਸਤੇ ਤਿਆਰ ਹੁੰਦਾ ਹੈ। ਉਹਨੂੰ ਖੁਸ਼ੀ ਉਦੋਂ ਆਉਂਦੀ ਹੈ ਜਦ ਸੇਵਕ ਨੂੰ ਦੇਵੇ। ਲੇਕਿਨ ਅਸੀਂ ਕੀ ਕਰਦੇ ਹਾਂ, ਗੁਰੂ ਦੇ ਨਾਲ ਵੀ ਚਤਰਾਈਆਂ ਕਰਦੇ ਹਾਂ ਜੀ ਤਰੱਕੀ ਨਹੀਂ ਹੋਈ, ਤਰੱਕੀ ਨਹੀਂ ਹੋਈ। ਜਰਾ ਸੋਚ ਕੇ ਦੇਖੋ, ਦਵਾਈ ਆਲੇ 'ਚ ਹੈ, ਬਿਮਾਰ ਬਿਸਤਰੇ 'ਚ ਹੈ, ਗਾਲਾਂ ਡਾਕਟਰ ਨੂੰ ਕੱਢਦਾ ਹੈ। ਦੱਸੋ ਡਾਕਟਰ ਵਿਚਾਰੇ ਦਾ ਕੀ ਕਸੂਰ ਹੈ ਬਈ, ਨਾਮ ਦੇ ਨਾਲੇ ਦਾ ਕੀ ਕਸੂਰ ਹੈ ਜੇ ਤੁਸੀਂ ਅਭਿਆਸ ਹੀ ਨਹੀਂ ਕਰਦੇ। ਅਗਰ ਕਰਦੇ ਹੋ, ਜਿਹੜੇ ਪਰਹੇਜ਼ ਤੁਹਾਨੂੰ ਦੱਸਦੇ ਆ ਉਹ ਤੁਸੀਂ ਰੱਖਦੇ ਨਹੀਂ। ਮੈਂ ਤੁਹਾਨੂੰ ਸੁਣੀਆਂ ਗੱਲਾਂ ਨਹੀਂ ਦੱਸ ਰਿਹਾ, ਕੋਈ ਤੁਹਾਨੂੰ ਕਿਤਾਬਾਂ 'ਚੋਂ ਨਹੀਂ ਦੱਸ ਰਿਹਾ। ਮੇਰਾ ਜਾਤੀ ਤਜਰਬਾ ਹੈ, ਮੈਂ ਮਿਹਨਤ ਕੀਤੀ, ਅਭਿਆਸ ਕੀਤਾ, ਮੈਂ ਕਾਮਯਾਬ ਹੋਇਆ, ਆਪਣੇ ਗੁਰੂਆਂ ਦੀ ਦਇਆ ਨੂੰ ਪ੍ਰਾਪਤ ਕੀਤਾ। ਅਗਰ ਤੁਸੀਂ ਵੀ ਮਿਹਨਤ ਕਰੋਗੇ, ਪਵਿੱਤਰ ਰਹੋਗੇ, ਤੁਸੀਂ ਵੀ ਕਾਮਯਾਬ ਹੋ ਸਕਦੇ ਹੋ। ਤੁਹਾਨੂੰ ਵੀ ਤੁਹਾਡਾ ਗੁਰੂ ਦਇਆ ਕਰ ਸਕਦਾ ਹੈ, ਔਰ ਉਹ ਦਇਆ ਕਰਨ ਵਾਸਤੇ ਆਇਆ ਹੈ। सिमरन करो गुरु को सेवो, चल रहो आज गगन में। कल की खबर काल फिर लेगा, वहां तुम जलो अगन में। ਹੁਣ ਅਸੀਂ ਤਾਂ ਆਪਣੀਆਂ ਪਲੈਨਿੰਗਾਂ ਬਣਾਉਂਦੇ ਹਾਂ, ਲੇਕਿਨ ਮਾਲਕ ਦੀ ਪਲੈਨਿੰਗ ਦਾ ਤਾਂ ਸਾਨੂੰ ਪਤਾ ਨਹੀਂ ਕਿ ਉਹਦੀ ਕੀ ਪਲੈਨਿੰਗ ਹੈ। ਇਸ ਵਾਸਤੇ ਆਪ ਕਹਿੰਦੇ ਆ ਕਿ ਅੱਜ ਦਾ ਕੰਮ ਤੁਸੀਂ ਕੱਲ ਤੇ ਨਾ ਛੱਡੋ, ਕਮ ਸੇ ਕਮ ਅੱਜ ਦਾ ਤਾਂ ਤੁਸੀਂ ਅੱਜ ਕਰ ਹੀ ਲਓ। ਇਸ ਵਾਸਤੇ ਆਪ ਕਹਿੰਦੇ ਆ ਕੱਲ ਨੂੰ ਪਤਾ ਨਹੀਂ ਕੀ ਹੋਵੇਗਾ। ਸੋ ਸਾਨੂੰ ਚਾਹੀਦਾ ਹੈ ਭਜਨ ਸਿਮਰਨ ਦਿਲ ਲਾ ਕੇ ਕਰੀਏ, ਫੈਲੇ ਖਿਆਲ ਨੂੰ ਤੀਸਰੇ ਤਿਲ ਅੰਦਰ ਇਕੱਠਾ ਕਰੀਏ। कल की खबर काल फिर लेगा, वहां तुम जलो अगन में। अब ही समझ देर मत करियो, ना जानू क्या होए इस
पन में यूं समझाए, कहे राधा स्वामी, मानो एक वचन में। स्वामी जी महाराज ने सानू ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਬੜੇ ਪਿਆਰ ਨਾਲ ਸਮਝਾਇਆ ਕਿਸ ਤਰ੍ਹਾਂ ਦੁਨੀਆ ਦੇ ਅੰਦਰ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਦੁਨੀਆ ਦੀ ਅਸਲੀਅਤ ਨੂੰ ਸਮਝ ਕੇ ਦੁਨੀਆ ਦੇ ਵਿੱਚ ਰਹਿਣਾ ਹੈ, ਸੰਤ ਸਤਿਗੁਰੂ ਦਾ ਕਹਿਣਾ ਮੰਨਣਾ ਹੈ। ਸੰਤ ਸਤਿਗੁਰੂ ਹਮੇਸ਼ਾ ਹੀ ਸਾਨੂੰ ਸ਼ਬਦ ਨਾਮ ਦੀ ਕਮਾਈ ਤੇ ਜ਼ੋਰ ਦਿੰਦੇ ਹੈ। ਆਪ ਕਹਿੰਦੇ ਆ ਜਿਹੜੇ ਪ੍ਰੇਮੀ ਹੁੰਦੇ ਆ ਉਹਨਾਂ ਵਾਸਤੇ ਇੱਕੋ ਹੀ ਲਫ਼ਜ਼ ਕਾਫੀ ਹੁੰਦਾ ਹੈ, ਬਾਕੀ ਦਿਆਂ ਕੋਲੇ ਜਿੰਨੀਆਂ ਮਰਜ਼ੀ ਕਹਾਣੀਆਂ ਪਾਈ ਜਾਓ। ਆਪ ਕਹਿਣ ਲੱਗੇ ਕਿ ਪ੍ਰੇਮੀ ਵਾਸਤੇ ਤਾਂ ਇੱਕੋ ਹੀ ਲਫ਼ਜ਼ ਕਾਫੀ ਹੈ। ਬੁੱਲੇ ਸ਼ਾਹ ਬੜਾ ਆਲਮ ਫਾਜ਼ਿਲ ਹੋਇਆ ਹੈ, ਬਹੁਤ ਸਾਰੇ ਉਹਨੇ ਵੇਦ ਸ਼ਾਸਤਰ ਪੜ੍ਹੇ ਸਨ। ਉਹ ਮੁਸਲਮਾਨੀ ਸ਼ਰ੍ਹਾ ਦੇ ਮੁਤਾਬਕ ਸਾਰੇ ਕਰਮਕਾਂਡ ਕਰਦਾ ਸੀਗਾ। ਜਦ ਅਨੈਤ ਸ਼ਾਹ ਰਾਈ ਦੇ ਕਿਸੇ ਸੇਵਕ ਨਾਲ ਉਸ ਦਾ ਮਿਲਾਪ ਹੋਇਆ, ਉਹ ਕਹਿਣ ਲੱਗਾ ਮੀਆਂ ਕਿਉਂ ਰੋਜ਼ ਸੰਗ ਅੜਾਉਣਾ ਹੈ, ਜਾਂ ਤੂੰ ਅਨੈਤ ਸ਼ਾਹ ਦੇ ਪਾਸ ਤੇਰੇ ਅੰਦਰਲੇ ਕੰਨਾਂ ਦੀਆਂ ਮੋਹਰਾਂ ਪੱਟ ਦੇਵੇ। ਜਦ ਅਨੈਤ ਸ਼ਾਹ ਦੇ ਪਾਸ ਗਿਆ, ਅਨੈਤ ਸ਼ਾਹ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀਗਾ। ਹੁਣ ਉਹਨੇ ਸੋਚਿਆ ਜੇ ਮੈਂ ਇਸ ਨੂੰ ਕਿਤਾਬਾਂ ਦੇ ਵਿੱਚੋਂ ਸਮਝਾਇਆ ਤੇ ਬੜਾ ਆਲਮ ਫਾਜ਼ਿਲ ਹੈ, ਆਖਰ ਮੈਂ ਇਹਨੂੰ ਕੁਝ ਦੇਣਾ ਹੈ। ਤਾਂ ਉਹ ਆਪਣੀ ਖੇਤੀਬਾੜੀ ਦਾ ਕੰਮ ਕਰਕੇ ਆਪਣੀ ਗੁਜ਼ਾਰਾ ਕਰਦੇ ਹੁੰਦੇ ਸੀਗੇ। ਜਦ ਉਹਦੇ ਪਾਸ ਹੋ ਗਏ, ਕਹਿਣ ਲੱਗਾ ਮਹਾਰਾਜ ਪਰਮਾਤਮਾ ਦੇ ਪਾਉਣ ਦਾ ਕੋਈ ਰਸਤਾ ਦੱਸੋ। ਮੈਂ ਪਰਮਾਤਮਾ ਨੂੰ ਪਾਉਣ ਵਾਸਤੇ ਆਇਆ ਹਾਂ। ਹੁਣ ਗੱਲ ਤਾਂ ਮਾਮੂਲੀ ਹੈ, ਲੇਕਿਨ ਇਸ ਦੇ ਅੰਦਰ ਬੜਾ ਰਾਜ ਛੁਪਿਆ ਹੋਇਆ ਹੈ। ਬੁੱਲੇ ਸ਼ਾਹ ਨੂੰ ਸਮਝਾਉਣ ਵਾਸਤੇ ਅਨੈਤ ਸ਼ਾਹ ਗੰਢਿਆਂ ਦੀ ਪਨੀਰੀ ਲਾ ਰਿਹਾ ਸੀਗਾ। ਉਹ ਕਹਿਣ ਲੱਗਿਆ ਦੇਖ ਵੀ ਬੁੱਲਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਕਿ ਇੱਕ ਪਾਸੋਂ ਗੰਢੇ ਪੁੱਟ ਰਿਹਾ ਸੀ, ਦੂਜੇ ਪਾਸੇ ਲਾ ਰਿਹਾ ਸੀ। ਉਹ ਕਹਿੰਦਾ ਵੀ ਦੁਨੀਆ ਦੀ ਤਰਫੋਂ ਮਨ ਨੂੰ ਹਟਾ ਲੈਣਾ, ਪਰਮਾਤਮਾ ਦੀ ਤਰਫ ਲਾ ਲੈਣਾ ਹੈ। ਮੈਂ ਆਪਣੇ ਮੁਤਲਕ ਦੱਸਦਾ ਹੁੰਦਾ ਹੈ ਕਿ ਮੈਂ ਆਪਣੇ ਗੁਰੂਦੇਵ ਦੇ ਉੱਪਰ ਕੋਈ ਸਵਾਲ ਨਹੀਂ ਕੀਤਾ, ਕੋਈ ਪੱਤਰ ਵਿਵਹਾਰ ਨਹੀਂ ਕੀਤਾ, ਮੈਨੂੰ ਕੋਈ ਲੈਕਚਰ ਨਹੀਂ ਜ਼ਿਆਦਾ ਕੀਤੇ। ਮੈਨੂੰ ਇਤਨਾ ਹੀ ਸੀਗਾ ਕਿ ਅੱਖਾਂ ਬੰਦ ਕਰ ਬੈਠ, ਅੰਦਰਲੇ ਪਾਸੇ ਖੋਲ, ਮੈਂ ਖੁਦ ਆਉਂ ਤੇਰੇ ਕੋਲੇ, ਤੈਨੂੰ ਕਿਸੇ ਸਮੇਲਣਾ ਵਿੱਚ ਆਉਣ ਦੀ ਜ਼ਰੂਰਤ ਨਹੀਂ। ਤੋਂ ਕਹਿਣ ਦਾ ਭਾਵ ਕਿ ਉਹ ਸਤਿਗੁਰੂ ਜਿਹੜਾ ਹੈ ਉਹ ਤਾਂ ਦੇਣ ਵਾਸਤੇ ਆਉਂਦਾ ਹੈ, ਉਹ ਦਿੰਦਾ ਹੈ, ਲੇਕਿਨ ਅਸੀਂ ਕੀ ਕਰਦੇ ਹਾਂ, ਜ਼ਿਆਦਾਤਰ ਸਵਾਲਾਂ ਦੇ ਨਾਲ ਅਸੀਂ ਭਰੇ ਪਏ ਹਾਂ, ਅਭਿਆਸ ਕਰਦੇ ਨਹੀਂ, ਦਿਮਾਗ ਸਾਡੇ ਭਰੇ ਪਏ ਹੈ। ਕਦੇ ਸਾਨੂੰ ਭਰੋਸਾ ਆ ਗਿਆ, ਕਦੇ ਸਾਡਾ ਟੁੱਟ ਗਿਆ, ਅਸੀਂ ਅਭਿਆਸ ਤੇ ਬੈਠੇ ਬੈਠੇ ਖੁਸ਼ਕ ਹੋ ਜਾਂਦੇ। ਅਗਰ ਕੋਈ ਮੁਕੰਮਲ ਤੋਂ ਮੁਕੰਮਲ ਵੇਦ ਹੈ ਜਾਂ ਸ਼ਾਸਤਰ ਹੈ, ਉਹ ਇਨਸਾਨ ਖੁਦ ਹੈ। ਕਿਉਂਕਿ ਸਾਰੇ ਧਰਮ ਆਪਣੇ ਆਪ ਪਛਾਣਨ ਦੇ ਉੱਤੇ ਜ਼ੋਰ ਦਿੰਦੇ ਹੈ, ਔਰ ਇਸੇ ਵੇਦ ਸ਼ਾਸਤਰ ਨੂੰ ਪੜ੍ਹਨ ਵਾਸਤੇ ਅਸੀਂ ਇਸ ਮੰਡਲ ਦੇ ਉੱਤੇ ਆਉਨੇ ਹੈ। ਕਰੋੜਾਂ ਖੁਸ਼ੀਆਂ, ਕਰੋੜਾਂ ਸ਼ਾਂਤੀ ਇਨਸਾਨ ਦੇ ਅੰਦਰ ਹੈ। ਜਰਾ ਅੰਦਰ ਹੋ ਕੇ ਜਦ ਦੇਖੋ ਕਿ ਕਿਸ ਤਰ੍ਹਾਂ ਪਰਮਾਤਮਾ ਸਾਡੇ ਸਵਾਗਤ ਵਾਸਤੇ ਤਿਆਰ ਖੜਾ ਹੈ, ਕਿਸ ਤਰ੍ਹਾਂ ਸਾਡਾ ਸਤਿਗੁਰੂ ਸਾਡੇ ਇੰਤਜ਼ਾਰ ਵਿੱਚ ਹੈ।